ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬੰਨੋ ਆਦਿਕ ਹੈ ਸਿੱਖ ਸੰਗਤ, ਸ੍ਰੀ ਗੁਰ ਬੈਠ ਦੀਵਾਨ ਲਗਾਇਓ। ਸ੍ਰੀ ਹਰਗੋਬਿੰਦ ਪਾਸ ਬਿਰਾਜਿਤ, ਚੰਦ ਮਨੋ ਪਰਵਾਰ ਸੁਹਾਇਓ। ਬੰਨੋ ਆਦਿਕ ਹੈ ਸਿੱਖ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹੀ ਸਿੱਖ ਸੰਗਤਾਂ ਨੂੰ, ਸਮੁੱਚੇ ਸੰਸਾਰ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਮਹਿਮਾ ਦੇ ਵਿੱਚ, ਵਡਿਆਈ ਦੇ ਵਿੱਚ ਮਹਾਕਵੀ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਜੋ ਉਹਨਾਂ ਨੇ ਇਤਿਹਾਸਕ ਪ੍ਰਸੰਗ ਪੇਸ਼ ਕੀਤਾ ਹੈ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੰਪਾਦਨਾ ਸੰਪੂਰਨ ਹੋਣ ਤੋਂ ਬਾਅਦ ਭਾਈ ਬੰਨੋ ਜੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਆਦਿ ਗ੍ਰੰਥ ਜੀ ਦੀ ਜਿਲਦ ਬਣਵਾ ਕੇ ਲਾਹੌਰ ਤੋਂ ਵਾਪਸ ਅੰਮ੍ਰਿਤਸਰ ਆਏ। ਵਾਪਸ ਆਏ ਤਾਂ ਗੁਰੂ ਅਰਜਨ ਦੇਵ ਜੀ ਨੇ ਦੀਵਾਨ ਸਜਾਇਆ, ਸਮੂਹ ਹੀ ਸਿੱਖਾਂ ਨੂੰ ਆਪਣੇ ਆਸ-ਪਾਸ ਬਿਠਾਇਆ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬੰਨੋ ਜੀ, ਸਾਰੇ ਸਿੱਖ ਸੰਗਤਾਂ ਆਸੇ-ਪਾਸੇ ਬੈਠੇ ਹਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੀ ਮੌਜੂਦ ਨੇ। ਤਾਂ ਉਸ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਤਮ ਦੱਸਿਆ, ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਬਿਆਨ ਕੀਤੀ ਹੈ। ਸੋ ਇਸ ਪਹਿਲੇ ਭਾਗ ਦੇ ਵਿੱਚ ਆਪਾਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਵਡਿਆਈ, ਮਹਿਮਾ ਅਤੇ ਮਹਾਤਮ ਦਾ ਇਤਿਹਾਸ ਸਰਵਣ ਕਰਾਂਗੇ। ਭਾਈ ਸੰਤੋਖ ਸਿੰਘ ਜੀ ਨੇ ਇਸ ਇਤਿਹਾਸਕ ਪ੍ਰਸੰਗ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਹੈ। ਬੰਨੋ ਆਦਿਕ ਹੈ ਸਿੱਖ ਸੰਗਤ, ਸ੍ਰੀ ਗੁਰ ਬੈਠ ਦੀਵਾਨ ਲਗਾਇਓ। ਸੋ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਭਾਈ ਬੰਨੋ ਜੀ ਹੋਰ ਸਿੱਖ ਸੰਗਤਾਂ ਮੌਜੂਦ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਦੀਵਾਨ ਲਗਾ ਲਿਆ, ਭਾਵ ਸਮੂਹ ਸੰਗਤਾਂ ਨੂੰ ਆਪਣੇ ਆਸੇ ਪਾਸੇ ਬਿਠਾ ਕੇ ਗੁਰੂ ਸਾਹਿਬ ਉਪਦੇਸ਼ ਕਰਨ ਲੱਗੇ। ਸ੍ਰੀ ਹਰਗੋਬਿੰਦ ਪਾਸ ਬਿਰਾਜਿਤ, ਚੰਦ ਮਨੋ ਪਰਵਾਰ ਸੁਹਾਇਓ। ਇਸੇ ਹੀ ਸਿੱਖ ਸੰਗਤਾਂ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਵੀ ਬੈਠੇ ਹੋਏ ਸਨ। ਗੁਰੂ ਅਰਜਨ ਦੇਵ ਪਾਤਸ਼ਾਹ ਇਉਂ ਸ਼ੋਭ ਰਹੇ ਸੀ ਜਿਵੇਂ ਚੰਦਰਮਾ ਦਾ ਪਰਿਵਾਰ ਸ਼ੋਭਦਾ ਹੈ। ਰਾਤ ਦੇ ਸਮੇਂ ਕਈ ਵਾਰੀ ਚੰਦਰਮਾ ਦੇ ਆਸੇ-ਪਾਸੇ ਇੱਕ ਗੋਲ ਘੇਰਾ ਬਣ ਜਾਂਦਾ, ਜਿਹਨੂੰ ਚੰਦਰਮਾ ਦਾ ਪਰਿਵਾਰ ਕਿਹਾ ਜਾਂਦਾ, ਔਰ ਉਹ ਬੜਾ ਸੋਹਣਾ ਲੱਗਦਾ ਹੁੰਦਾ। ਸੋ ਇੱਥੇ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਦਾ ਪ੍ਰਤੀਕ ਪੇਸ਼ ਕਰਦੇ ਹੈ ਕਿ ਜਿਵੇਂ ਚੰਦਰਮਾ ਦਾ ਪਰਿਵਾਰ ਸ਼ੋਭਦਾ, ਇੱਦਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੰਗਤਾਂ ਵਿੱਚ ਬੈਠੇ ਹੋਏ ਸ਼ੋਭ ਰਹੇ ਨੇ। ਸੀਖ ਲੱਗੇ ਸਭ ਕੋ ਤਬ ਦੇਵਨ, ਸ਼ਰੇ ਭਰਿਓ ਬਚ ਇਉਂ ਫਰਮਾਇਓ। ਸਮੂਹ ਸਿੱਖ ਸੰਗਤਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਸਿੱਖਿਆ ਦੇਣ ਲੱਗੇ। ਮਹਾਰਾਜ ਨੇ ਫਿਰ ਬਚਨ ਫਰਮਾਉਣੇ ਸ਼ੁਰੂ ਕੀਤੇ। ਗਿਰੰਥ ਜਹਾਜ ਸੋ ਭੌਜਲ ਕੋ ਤਰ, ਜਾਤ ਸੁਖੇਨ ਜਿਨੀ ਚਿਤ ਲਾਇਓ। ਮਹਾਰਾਜ ਪਾਤਸ਼ਾਹ ਕਹਿੰਦੇ, ਸਾਧ ਸੰਗਤ ਜੀਓ, ਇਹ ਜੋ ਪਾਵਨ ਗ੍ਰੰਥ ਅਸੀਂ ਤਿਆਰ ਕੀਤਾ ਹੈ, ਇਹ ਜਹਾਜ਼ ਦੀ ਨਿਆਈ ਹੈ। ਜੋ ਇਸ ਦੇ ਵਿੱਚ ਸਵਾਰ ਹੋਵੇਗਾ ਉਹ ਇਸ ਭੌਜਲ ਸੰਸਾਰ ਦੇ ਵਿੱਚੋਂ ਪਾਰ ਉਤਰ ਜਾਵੇਗਾ। ਸ੍ਰੀ ਗੁਰ ਕੇਰ ਸਰੀਰ ਜੋ, ਸਭ ਥਾਨ ਸਮੈ ਸਭ ਨਾਂ ਦਰਸੈ ਹੈ। ਹੁਣ ਸ਼ਬਦ ਗੁਰੂ ਦਾ ਮਹਾਤਮ ਦੱਸਦੇ ਨੇ ਮਹਾਰਾਜ ਕਿ ਸਿੱਖ ਧਰਮ ਦੇ ਵਿੱਚ ਸ਼ਬਦ ਨੂੰ ਗੁਰੂ ਕਿਉਂ ਬਣਾਇਆ ਗਿਆ ਹੈ। ਮਹਾਰਾਜ ਕਹਿੰਦੇ ਜੋ ਸਰੀਰ ਹੈ, ਗੁਰੂ ਜਿੰਨਾ ਚਿਰ ਸਰੀਰ ਰੂਪ ਵਿੱਚ ਹੈ ਤਾਂ ਸਰੀਰ ਦਾ ਇੱਕ ਬੰਧਨ ਹੈ ਕਿ ਇਹ ਹਰ ਥਾਂ ਦੇ ਉੱਤੇ ਹਰ ਸਮੇਂ ਹਾਜ਼ਰ ਨਹੀਂ ਹੋ ਸਕਦਾ। ਸਰੀਰ ਇੱਕ ਵਾਰੀ 'ਚ ਇੱਕ ਥਾਂ ਦੇ ਉੱਤੇ ਹੀ ਹਾਜ਼ਰ ਹੋ ਸਕਦਾ ਹੈ। ਸਰੀਰ ਦੇ ਦਰਸ਼ਨ ਹਰ ਥਾਂ ਦੇ ਉੱਤੇ ਨਹੀਂ ਹੋ ਸਕਦੇ।
ग्रंथ हृदा गुर को एह जानो हो, उत्तम है कल काल रहे है। सो ग्रंथ रूप गुरु ही उत्तम है, हर समय दे उत्ते हर थां दे उत्ते हाज़र नाज़र हो सकता है। मेरे स्वरूप ते जानते है दीर्घ, साहिब जान अदायब कह है। सो महाराज कहते ये साडे शरीर नालों भी उत्तम है, साडे शरीर नालों इस ग्रंथ नूं तुसीं उत्तम जानना है और इसका हमेशा अदब करना है, सत्कार करना है। पूजो हो चंदन केसर को घास, धूप तुकाए कै फूल चढ़ै है। फिर महाराज कहते चंदन आदिक दे नाल, केसर दे नाल, सुगंधियां दे नाल हमेशा श्री आदि ग्रंथ जी का वातावरण महका के रखना है, सोहना बना के रखना है, ताकि उसका अदब ते सत्कार कर सकीए असीं। जो लिख लेहे भले सब, पूजो चंदन केसर को घास, धूप तुखाए कै फूल चढ़ै है। फिर महाराज कहते गुरु ग्रंथ साहिब जी की पूजा किवें करनी है। पूजा तो भाव इत्थे अदब ते सत्कार तो है। जिवें असीं गुरु ग्रंथ साहिब पातशाह नूं मत्था टेकदे हां, डंडौत करदे हां, ये भी गुरु साहिब का सत्कार है ते आपां समर्पण करदे हां। इहदे नाल नाल कहंदे गुरु ग्रंथ साहिब पातशाह दा आदि ग्रंथ जी का सत्कार करना है। चंदन केसर आदिक सुगंधियां दे नाल धूफ धुकाउणी है, ताकि वातावरण शुद्ध रहे, हवा साफ सुथरी रहे। फुੱਲ आदिक चढ़ाउणे हन ताकि सुगंधी बनी रहे, ताजगी बनी रहे। जो लिख लेहे भले तब सुध है, अखर सो लग की चुकसाई। फिर महाराज कहते जो असी स्वरूप तैयार करवाया आदि ग्रंथ जी का, जे किसी ने इसका उतारा करना है, इन्हां अखरां नूं लिखना है, तो पूरी चौकसी वरत के लिखना है। हर एक लगा मात्र वेख के लिखनी है, कोई वाद घाट नहीं करनी। पाठ समस्त करे बुद्ध सो पेख, पूर्व के सम लेहे बनाई। फिर महाराज कहते जिन्हें स्वरूप का उतारा करना वो पहला वाले स्वरूप तो मेल के स्वरूप नूं बनावे, अखरां नूं वेख करके लिखे, हर तरह की चौकसी वरते। आप ते घाट ना बाध करे, जे करे होए मूर्ख सो पछताई। सो गुरु ग्रंथ साहिब पातशाह का जदों स्वरूप लिखना है किसी ने, तो अपने कोलों कुछ भी वध घट नहीं करना। जे कोई बंदा इस तरह की हरकत करेगा तो वह मूर्ख होवेगा, सज़ा का हकदार होवेगा। और बनाए नवो ना लिखै बिच, काव्य रचै सो रचो पृथकाई। अपने कोलों बना के विच कोई शब्द नहीं लिखना, ना किसी ने अपने कोलों कोई राग लिखना है, ना शब्द लिखना है, ना कोई अखर, इत्थों तक भी कोई लगा मात्र भी अपने कोलों नहीं जोड़नी किसी ने। जो पहला लिखिया है उसे तरह ही रखना है। अपनी बानी चढ़ाव है सो एक, होए इसो नह दूसर कोई। महाराज कहते इस ग्रंथ दे विच कोई अपनी बाणी होर चढ़ा सके ऐसा कोई होर नहीं है। जिहड़ी बाणी गुरु द्वारा इस विच शामिल की गई है, सिर्फ वही बाणी इस ग्रंथ दे विच प्रमाणिक होवेगी। पूज है जो इछ धार सो पूज है, श्रेय लहै जम पीर न होई। जिहड़ा भी सिख गुरु ग्रंथ साहिब पातशाह नूं पूरा गुरु जान के पूजेगा, मन्नेगा, पढ़ेगा, सरवण करेगा, उसनूं जमां दी पीड़ भी नहीं सहनी पवेगी, उसका हर तरह का दुख दूर होवेगा। वेद पुराण महान महात्म, जाहे बखान करै समुदाय। इत्थे हुण ये गल बड़ी ध्यान देण योग है कि जदों भी साडे इन्हां पुरातन सरूपां विच वेदां पुराणां दी गल आउंदी है, तां बहुत सारे सिख इत्थे आके शंका कर जांदे ने जां भुलेखा खा जांदे ने कि इहदे विच वेदां आदिक दी गल करन दी की जरूरत सी। इस दे प्रसंग नूं समझण दी जरूरत है। जे समय दे उत्ते श्री आदि ग्रंथ जी का संपादन होया, उस वक्त साडे इत्थे धरती दे उत्ते साडे इस देश इलाके दे विच वेदां दा, श्रुतियां दा, शास्त्रां दा, इन्हां दा ही पठन ते मनन हुंदा सी। भाई संतोख सिंह जी दसदे ने कि गुरु अर्जन देव पातशाह ने संगतां नूं दस्सिया कि देखो जिवें बाकी ते होर धर्म दे लोक
वेदां नूं पुराणां नूं महान दसदे हन, उन्हां दे पढ़न दा महात्म बयान करदे है। सारे उन्हां नूं उत्तम कहंदे हन। वो अपने धर्म के मुताबिक दसदे हन। अंत न पावत शेष न शारद, नेत ही नेत अशेष बताए। वो अपने ग्रंथां दा किन्ना महात्म बयान करदे है। हिंदू धर्म विच कहंदे ने भी जो वेद ने उन्हां दा अंत शेष नाग भी नहीं पा सकदा। शारदा भवानी, शारदा सरस्वती भी उसका अंत नहीं पा सकती। रोजाना ही वो वेदां नूं नेत नेत कह के बखाणदे आ, बयान करदे है। जो सर्वोत्तम जो सर्वाश्रय, ताही के नाम इसी मह गाए। पर गुरु साहिब कहंदे साध संगत जीओ, वेदां ते स्रोतां दे विच जो गल कीती गई है, वेदां ते शास्त्रां दे विच जो गल कीती गई है, गुरु ग्रंथ साहिब पातशाह दे विच उस तों भी उत्तम अकाल पुरख वाहिगुरू दे बारे जो वचन कीते गए हैं वो सारिਆਂ तो उत्तम ने। सर्व श्रेष्ठ बाणी इस ग्रंथ विच असीं रच दिती है। नाम सो नामी को भेद नहीं, यह मूरत श्री करतार सुहाए। कहंदे ये आद ग्रंथ जी श्री करतार अकाल पुरख वाहिगुरू दा स्वरूप है। इहदे विच वाहिगुरू दा नाम है। नाम जपण वाला नाम दे नाल ही अभेद हो जाता है। इस ग्रंथ की बाणी ऐसी है, इस बाणी नूं पढ़न वाला सिख बाणी नूं पढ़दा होया पढ़दा इस नाल प्रेम करदिआं इस विच अभेद हो जाता है। सो इदां इस सवैये दे विच भाई संतोख सिंह जी ने दस्सिआ, श्री आद ग्रंथ जी की बाणी गुरु साहिब ने वेदां ते शास्त्रां नालों भी उत्तम बयान कीती है। जेतक ग्रंथ अदायब राख है, तेतक ही फल पावै गो। फिर महाराज ने साध संगत जी नूं उपदेश किया। महाराज कहंदे जिन्ना कोई सिख इस पावन ग्रंथ का अदब ते सत्कार करेगा उन्ने ही फल उसनूं प्राप्त होणगे। धूप तुखाए कसाए क चंदन, केसर को अर्चावै गो। गुरु ग्रंथ साहिब पातशाह जी का अदब सत्कार करना, धूप दिखाउणी ताकि हवा वातावरण शुद्ध रहे, केसर आदि छिड़कना सत्कार वास्ते सुगंधी वास्ते। भावनी धार कै चाहे उमाहत, देओस प्रति दर्शावै गो। प्रेम धार के कोई आद ग्रंथ जी के दर्शन करे, भावना धार के उमाह रख के चित्त विच दिन प्रति निता प्रति दर्शन करे आ करके। पाठ करे कि सुनै मन एक होए, ही उपदेश बसावै गो। फिर महाराज कहंदे जिहड़ा कोई सिख श्री आद ग्रंथ जी की बाणी का पाठ करेगा ਜਾਂ पाठ करवा के उसनों सुनना करेगा, एक मन हो के एकाग्र हो के अपने हिरदे दे विच वसावेगा। देखत ही कर जोर दो, मन निम्र है मन निम्र होए, शीस निवावै गो। जिथे भी किते श्री आद ग्रंथ जी दर्शन हो जाण, राह विच जांदिआं कई वारी रस्ते विच जांदिआं भी श्री गुरु ग्रंथ साहिब पातशाह दर्शन हो जाते ने। सो कहंदे जिथे भी किते आद ग्रंथ जी सामने आ जाण, उत्थे ही निमरता धार के हथ जोड़ करके नमस्कार करे, वंदना करे, शीस निवाउणा करे। औरन को उपदेश करे लिख, आप इसै कौ लिखावै गो। होरां नूं भी उपदेश करे, भाई बाणी पढ़िया करो, बाणी नाल जुड़ना करो, बाणी दे अखरां नूं लिखना सिखे ते होरनां नूं भी अगे लिखाउणा सिखावे। प्रेम करे घर में अस्थाप है, पाठ सुने हर खावै गो। प्रेम करके श्री आद ग्रंथ जी नूं गुरु ग्रंथ साहिब पातशाह नूं अपने घर विच निवास करावे, अपने घर विच चरण पवावे महाराज दे। पाठ सुने, बड़ी खुशी दे नाल बाणी सरवण करे। जो जग बंधन छेदन कै नर, अंत गति शुभ पावै गो। गुरु ग्रंथ साहिब पातशाह की बाणी ऐसी है जो हर तरह के बंधनों नूं तोड़न के काबिल है, समर्थ है। और बाणी पढ़न वाला सुनन वाला सिख अंत के समय नूं मुक्ति प्राप्त करता है। कारज होए संपूर्ण बांछत, पाठ करे के करावै गो।
ਜਿਹੜਾ ਵੀ ਸਿੱਖ ਆਦਿ ਗ੍ਰੰਥ ਜੀ ਦੀ ਬਾਣੀ ਦਾ ਪਾਠ ਕਰੇਗਾ ਕਰਾਵੇਗਾ ਉਹਦੇ ਹਰ ਤਰ੍ਹਾਂ ਦੇ ਕਾਰਜ ਰਾਸ ਹੋਣਗੇ। ਭੋਗ ਪਰੇ ਕਰਵਾਏ ਤਿਹਾਵਲ ਆਪ ਖਰੋ ਹੋਏ ਜਾਵਹਿ ਗੋ। ਜਦੋਂ ਸ੍ਰੀ ਆਦਿ ਗ੍ਰੰਥ ਜੀ ਦਾ ਸੰਪੂਰਨ ਪਾਠ ਪੜ੍ਹ ਲਿਆ ਫਿਰ ਉਸ ਦਾ ਭੋਗ ਪਵਾਵੇ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਾਉਣੀ ਹੈ। ਖੜੇ ਹੋ ਕੇ ਅਰਦਾਸ ਬੇਨਤੀ ਕਰਨੀ ਹੈ। ਹਾਥ ਕੋ ਜੋਰ ਕਰੈ ਅਰਦਾਸ ਮਨੋਰਥ ਕੋ ਮਨ ਲਿਆਵਹਿ ਗੋ। ਹੱਥ ਜੋੜ ਕੇ ਅਰਦਾਸ ਬੇਨਤੀ ਕਰਨੀ ਗੁਰੂ ਸਾਹਿਬ ਦੇ ਅੱਗੇ। ਜਿਸ ਮਨੋਰਥ ਨੂੰ ਮੂਹਰੇ ਰੱਖ ਕੇ ਸਾਹਮਣੇ ਰੱਖ ਕੇ ਪਾਠ ਕੀਤਾ ਉਹ ਮਨੋਰਥ ਵੀ ਆਪਣਾ ਚਿੱਤ ਵਿੱਚ ਧਾਰਨ ਕਰ ਲੈਣਾ ਹੈ। ਕਿਉਂ ਨਾ ਕਹੋ ਤਿਹ ਪੂਰਨ ਹੋਇ ਚਿਤ ਚਾਹਤ ਸੋ ਨਰ ਪਾਵਹਿ ਗੋ। ਜੋ ਇਸ ਵਿਧੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪਾਠ ਕਰੇਗਾ ਭੋਗ ਪਾਵੇਗਾ, ਮਹਾਰਾਜ ਕਹਿੰਦੇ ਉਸ ਦੇ ਚਿੱਤ ਦੀ ਇੱਛਾ ਕਿਉਂ ਨਾ ਪੂਰੀ ਹੋਵੇਗੀ। ਜੋ ਇੱਛਾ ਮਨ ਵਿੱਚ ਰੱਖੇਗਾ ਉਹ ਜ਼ਰੂਰ ਪੂਰੀ ਹੋਵੇਗੀ। ਸਿੱਖ ਸਰੀਰ ਤਜੈ ਤਿਸ ਪੀਛੈ ਹੈ ਗ੍ਰੰਥ ਕੋ ਪਾਠ ਕਰਾਵਹਿ ਗੋ। ਜੇਕਰ ਕੋਈ ਸਿੱਖ ਸਰੀਰ ਤਿਆਗ ਦਿੰਦਾ ਹੈ, ਮੌਤ ਹੋ ਜਾਂਦੀ ਹੈ, ਸਰੀਰ ਤਿਆਗਣ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਪਾਠ ਕਰਵਾਉਣਾ ਹੈ। ਕੋਸ਼ਿਸ਼ ਕੋ ਅਰਪੈ ਤਬ ਪਾਠਕ ਭੋਜਨ ਚਾਰ ਖੁਲਾਵਹਿ ਗੋ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਪੁਸ਼ਾਕ ਭੇਟ ਕਰਨੀ ਹੈ। ਜੋ ਪਾਠ ਕਰਨ ਵਾਲਾ ਹੈ ਉਸ ਦੀ ਸੇਵਾ ਕਰਨੀ, ਹਰ ਤਰ੍ਹਾਂ ਦੀ ਭੋਜਨ ਛਕਾਉਣਾ ਹੈ, ਪੁਸ਼ਾਕ ਭੇਟ ਕਰਨੀ ਹੈ। ਔਰ ਜਥਾ ਸ਼ਕਤੀ ਤਿਹ ਸੇਵਹਿ ਲਿਆਈ ਕਰਾਹੋ ਵਰਤਾਵੈ ਗੋ। ਹੋਰ ਜਥਾ ਯੋਗ ਜਿੰਨੀ ਸੇਵਾ ਹੋ ਸਕੇ ਘਰ ਵਿੱਚ ਸਾਧ ਸੰਗਤ ਨੂੰ ਬੁਲਾਵੇ, ਬਾਣੀ ਦਾ ਪਾਠ ਹੋਵੇ, ਕੀਰਤਨ ਹੋਵੇ, ਕਥਾ ਹੋਵੇ, ਜਿੰਨੀ ਸੇਵਾ ਕਰ ਸਕਦਾ ਹੈ ਕਰੇ। ਕੜਾਹ ਪ੍ਰਸ਼ਾਦ ਵਰਤਾਵੇ। ਸੋ ਸਿੱਖ ਹੋਏ ਸੁਖੇਨ ਮਹਾ ਪਰ ਲੋਕ ਵਿਖੈ ਹਰ ਖਾਵਹਿ ਗੋ। ਐਸਾ ਸਿੱਖ ਕਹਿੰਦੇ ਹਮੇਸ਼ਾ ਸੁਖੀ ਰਹੇਗਾ, ਲੋਕ ਪਰਲੋਕ ਦੇ ਵਿੱਚ ਉਸ ਨੂੰ ਸੁਖ ਦੀ ਪ੍ਰਾਪਤੀ ਹੋਵੇਗੀ। ਔਰ ਕਹਾਂ ਲਗ ਜੇ ਜਗ ਕਾਰਜ ਪਾਠ ਕਰੇ ਸਿੱਧ ਹੋਵਹਿਗੇ। ਮਹਾਰਾਜ ਪਾਤਸ਼ਾਹ ਕਹਿੰਦੇ ਗੁਰੂ ਅਰਜਨ ਦੇਵ ਜੀ ਹੋਰ ਕਿੱਥੋਂ ਤੀਕ ਬਿਆਨ ਕਰੀਏ। ਸੰਸਾਰ ਦੇ ਹਰ ਤਰ੍ਹਾਂ ਦੇ ਕਾਰਜ ਸੰਪੂਰਨ ਹੋਣਗੇ ਸਿੱਖ ਦੇ, ਜਿਹੜਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇਗਾ। ਸੰਤ ਮਹੰਤ ਚਾਹੈ ਨਹਿ ਜਾਓ ਪਠ ਪ੍ਰੇਮ ਕਰੇ ਪ੍ਰਭ ਜੋ ਵਹਿੰਗੇ। ਫਿਰ ਮਹਾਰਾਜ ਕਹਿੰਦੇ ਨੇ ਜਿਹੜੇ ਸੰਤ ਮਹਾਤਮਾ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਪਦਾਰਥ ਦੀ ਕਿਸੇ ਵਸਤੂ ਦੀ ਚਾਹਤ ਨਹੀਂ ਹੁੰਦੀ, ਉਹ ਵੀ ਜੇਕਰ ਪਾਠ ਕਰਨਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਗੇ, ਦਿਓਸ ਨਿਸਾ ਸਿਮਰੈ ਸਤਨਾਮ ਕੇ ਗ੍ਰੰਥ ਪਠੈ ਅਗ ਖੋਵਹਿੰਗੇ। ਦਿਨ ਰਾਤ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਿਮਰਨ ਕਰਨ, ਪਾਠ ਕਰਨਗੇ। ਔਰ ਇਸ ਨੂੰ ਪਾਠ ਨੂੰ ਪੜ੍ਹਨ ਦੇ ਨਾਲ ਹੀ ਉਹਨਾਂ ਦੇ ਸਾਰੇ ਪਾਪ ਕੱਟੇ ਜਾਣਗੇ। ਅੰਤ ਸਮੇਂ ਜਮ ਕੋ ਨਾ ਪਿਖੈ ਮਿਲ ਆਏ ਹਮੈ ਸੋ ਅਲੋਵਹਿੰਗੇ। ਸੋ ਫਿਰ ਅਖੀਰ ਤੇ ਮਹਾਰਾਜ ਕਹਿੰਦੇ ਜਿਹੜੇ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਪਾਠ ਪੜ੍ਹਨਗੇ, ਸੁਣਨਗੇ, ਪ੍ਰੇਮ ਕਰਕੇ ਸੇਵਾ ਕਰਨਗੇ ਮਹਾਰਾਜ ਦੀ, ਸੋ ਅੰਤ ਦੇ ਸਮੇਂ ਤੇ ਵੀ ਉਹਨਾਂ ਨੂੰ ਦੁੱਖ ਨਹੀਂ ਸਹਿਣੇ ਪੈਣਗੇ। ਉਹ ਹਮੇਸ਼ਾ ਸਾਡੇ ਕੋਲੇ ਆ ਕੇ ਵਸਣਗੇ। ਮੌਤ ਤੋਂ ਬਾਅਦ ਵੀ ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਥਾਂ ਮਿਲਦੀ ਹੈ। ਦੋਹਰਾ ਬੈਠੇ ਸ੍ਰੀ ਗੁਰੂ ਰਾਮ ਸਰ ਬੰਨੋ ਆਨਿਓ ਗ੍ਰੰਥ। ਸੋ ਕਹਿੰਦੇ ਇਸ ਸਮੇਂ ਤੇ ਜਦੋਂ ਇਹ ਉਪਦੇਸ਼ ਕਰ ਰਹੇ ਸੀ ਮਹਾਰਾਜ, ਇਹ ਉਹ ਸਮਾਂ ਸੀ ਜਦੋਂ ਭਾਈ ਬੰਨੋ ਜੀ ਪਾਵਨ ਗ੍ਰੰਥ ਦੀ ਜਿਲਦ ਬਣਾ ਕੇ ਲਾਹੌਰ ਤੋਂ ਵਾਪਸ ਆ ਗਏ ਸਨ। ਤਹਾਂ ਮਹਾਤਮ ਇਹ ਕਹਿਓ ਦੇਨ ਸੀਖ ਨਿਜ ਪੰਥ। ਉਹ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਸਿੱਖਿਆ ਦੇਣ ਵਾਸਤੇ, ਪੰਥ ਨੂੰ ਸਿੱਖਿਆ ਦੇਣ ਵਾਸਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਇਹ ਮਹਾਤਮ ਬਿਆਨ ਕੀਤਾ ਹੈ। ਸੋ ਆਪ ਜੀ ਨੇ ਸਰਵਣ ਕੀਤਾ ਕਿ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਅਦਬ ਤੇ ਸਤਿਕਾਰ ਕਰਨ ਦਾ ਹੁਕਮ ਕੀਤਾ ਹੈ। ਗੁਰੂ ਸਾਹਿਬ ਦੀ ਬਾਣੀ ਪੜ੍ਹਨ ਸੁਣਨ ਦਾ ਉਪਦੇਸ਼ ਕੀਤਾ ਹੈ। ਬਾਣੀ ਪੜ੍ਹਨ ਸੁਣਨ ਵਾਲੇ, ਅਦਬ ਸਤਿਕਾਰ ਕਰਨ ਵਾਲੇ ਹਮੇਸ਼ਾ ਇਸ ਭਵਜਲ ਸੰਸਾਰ ਤੋਂ ਪਾਰ ਉਤਰ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਮਿਹਰ ਕਰਨ। ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ। ਅਗਲੇ ਪ੍ਰਸੰਗ ਦੇ ਵਿੱਚ ਆਪਾਂ ਸਰਵਣ ਕਰਾਂਗੇ ਕਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਦਿ ਗ੍ਰੰਥ ਜੀ ਦਾ
ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਗਿਆ। ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।